ਪਿੱਛੇ ਇੱਕ ਬਿਲਡਿੰਗ ਤੁਸੀਂ ਦੇਖ ਰਹੇ ਹੋ ਕਿ ਇੱਕ ਬਜ਼ੁਰਗ ਦੰਪਤੀ ਨੇ ਇਸ ਨੂੰ ਬਣਾਇਆ ਔਰ ਬਣਾਇਆ ਇਸ ਕਰਕੇ ਸੀਗਾ ਕਿ ਉਹਨਾਂ ਨੂੰ ਇਸ ਬਿਲਡਿੰਗ ਤੋਂ ਕੋਈ ਕੱਲ ਨੂੰ ਉਹਨਾਂ ਦੀ ਜੀਵਨ ਦੇ ਗੁਜ਼ਰ ਬਸਰ ਦੇ ਲਈ ਇਸ ਤੋਂ ਕੋਈ ਆਮਦਨ ਜਾਂ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੋ ਸਕੇ। ਕਿਰਾਏ ਤੇ ਦਿੰਦੇ ਹੀ 1 ਮਹੀਨੇ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਜਿਹੜੀ ਬਿਲਡਿੰਗ ਦਾ ਮਿਸਯੂਜ਼ ਹੋ ਰਿਹਾ। 2 ਕਮਰੇ ਦਿੱਤੇ ਗਏ ਸੀ ਪਰ ਜਿਹੜਾ ਕਿਰਾਏਦਾਰ ਹੈ ਉਹ ਪੂਰੀ ਬਿਲਡਿੰਗ ਇਸਤੇਮਾਲ ਕਰ ਰਿਹਾ। ਇਹ ਬਿਲਡਿੰਗ ਅਸੀਂ ਸਕੂਲ ਦੇ ਤੌਰ ਦੇ ਉੱਤੇ ਸ਼ੁਰੂ ਕਰਨੀ ਸੀਗੀ, ਲੇਕਿਨ ਕਰੋਨਾ ਲੱਗ ਗਿਆ ਜਿਹਦੇ ਕਰਕੇ 3 ਸਾਲੇ ਬੰਦ ਰਹੀ। ਉਸ ਤੋਂ ਬਾਅਦ ਇਹ ਨਾ ਸਾਡੇ ਕੋਲੇ ਜਿਹੜੇ ਪ੍ਰਾਪਰਟੀ ਡੀਲਰ ਹੈ ਆਪਣਾ ਵਿਸ਼ਾਲ ਨੰਦਾ, ਇਹ ਆਏ ਸੀਗੇ, ਕਹਿੰਦੇ ਵੀ ਤੁਸੀਂ ਇੱਦਾਂ ਤੇ ਬਿਲਡਿੰਗ ਜਰਜਰ ਹੋ ਜਾਏਗੀ, ਥੋੜਾ ਬਹੁਤਾ ਖੁੱਲੀ ਰਹੇਗੀ, ਹਵਾ ਲੱਗਦੀ ਰਹੇਗੀ, ਇਸ ਕਰਕੇ ਤੁਸੀਂ ਇਹਨੂੰ ਕਿਰਾਏ ਤੇ ਦੇ ਦਿਓ। ਤੇ ਬੰਦੇ ਬਹੁਤ ਚੰਗੇ ਆ। ਫਿਰ ਦਿੱਕਤ ਕਿੱਥੇ ਆਈ? ਨਹੀਂ, ਦਿੱਕਤ ਇਹ ਆਈ ਆ ਕਿ ਜਦੋਂ ਇਹ ਸਮਾਨ ਦਾ ਖਲਾਰਾ ਪਿਆ ਅਸੀਂ ਦੇਖਿਆ, ਬਾਹਰ ਪਾਈਪਾਂ ਸਾਡਾ ਵਿਹੜਾ ਤੋੜ ਮਾਰਿਆ ਸਾਰੇ, ਇੱਥੇ ਗੱਡੀਆਂ ਬਾਹਰ ਗੇਟ ਦੇ ਗੱਡੀਆਂ ਖੜੀਆਂ, ਰਾਤ ਨੂੰ ਸਾਨੂੰ ਫੋਨ ਆਉਂਦੇ ਆ ਕਿ ਤੁਸੀਂ ਗੱਡੀ ਹਟਾ ਲਓ ਇੱਥੋਂ। ਤੇ ਉਹ ਅਸੀਂ ਜਦੋਂ ਇਹਦੇ ਨਾਲ ਗੱਲ ਕਰੀ ਦੀ ਹੈ ਤੇ ਇਹ ਫਿਰ ਕਹਿੰਦਾ ਵੀ ਮੈਂ ਹਟਾ ਲਾਂਗਾ, ਮੈਂ ਕਮਰਾ ਬਦਲ ਲੈਣਾ, ਮੈਂ ਹੋਰ ਕਿਤੇ ਲੈ ਲਾਂਗਾ, ਲੇਕਿਨ ਕੋਈ ਕਮਰਾ ਨਹੀਂ ਅੱਜ ਤੱਕ ਬਦਲਿਆ ਗਿਆ। ਉਹਨੂੰ ਕਿਹਾ ਕਿ ਤੂੰ ਨਾ ਆਪਣਾ ਹੋਰ ਕਿਤੇ ਬਦਲ ਲੈ, ਸਾਨੂੰ ਬੜੀ ਪਰੇਸ਼ਾਨੀ ਆ ਰਹੀ ਹੈ, ਅਸੀਂ ਆਪੇ ਹੀ ਸਕੂਲ ਸ਼ੁਰੂ ਕਰਨਾ, ਨਾਲੇ ਅਸੀਂ ਰਹਿਣਾ ਆ ਕੇ। ਪਰ ਇਹਨੇ ਬਿਲਕੁਲ ਗੱਲ ਨਹੀਂ ਸਾਡੀ ਸੁਣੀ ਵੀ। ਅਸੀਂ ਆਪਣਾ ਵਿਸ਼ਾਲ ਨੰਦਾ ਨੂੰ ਵੀ ਕਿਹਾ ਕਿ ਤੁਸੀਂ ਕਿਹਾ ਹੋਵੇ ਤਾਂ ਤੁਸੀਂ ਇਹਨੂੰ ਕਹੋ ਵੀ ਇੱਦਾਂ ਸਾਡੀ ਖਾਲੀ ਕਰ ਦੇਵੇ। ਸਾਨੂੰ ਦਿੱਕਤ ਇਹ ਆਈ ਹੈ ਕਿ ਆਪਣੀ ਬੋਰ ਵਾਲੀ ਮਸ਼ੀਨ ਲੈ ਕੇ ਜਾ ਰਹੇ ਸੀਗੇ, ਇਹਨਾਂ ਨੇ ਤਾਰਾਂ ਸਾਡੀਆਂ ਸਾਰੀਆਂ ਖਿੱਚ ਦਿੱਤੀਆਂ ਤੇ ਸਾਰੇ ਸਾਡੇ ਕੰਧਾਂ ਜਿਹੜੀਆਂ ਸਾਰਾ ਪਿੱਲਰ ਸਭ ਨੀਚੇ ਆ ਗਏ। ਇੱਥੇ ਬੋਰ ਵਾਲੀ ਗੱਡੀਆਂ ਮਸ਼ੀਨਾਂ ਲੱਗਣ, ਬੱਚੇ ਨੇ ਲੰਘਣਾ ਆਉਣਾ ਜਾਣਾ ਹੁੰਦਾ, ਕਿਤੇ ਸੱਟ ਲੱਗਣ ਦਾ ਡਰ ਹੈ। ਇਹਨੂੰ ਚਾਹੀਦਾ ਕਿਤੇ ਕਮਰਸ਼ੀਅਲ ਜਗ੍ਹਾ ਜਾਵੇ, ਆਪਣਾ ਮਕਾਨ ਲੱਗੇ ਉੱਥੇ ਮਸ਼ੀਨਾਂ ਉਹਨਾਂ ਲਾਏ, ਜਿਸ ਦੇ ਨਾਲ ਸਾਡੀਆਂ ਪਰਸੋਂ ਦੀਆਂ ਤਾਰਾਂ ਟੁੱਟ ਗਈ ਤੇ ਤਾਰਾਂ ਸਾਰੀਆਂ ਡਾਊਨ ਪਈਆਂ ਨੇ, ਜਿਹਦੇ ਵਿੱਚ ਜੇਈ ਸਾਹਿਬ ਨੂੰ ਅਸੀਂ 3 ਵਾਰੀ ਕਿਹਾ, ਕਹਿ ਚੁੱਕੇ 4 ਵਾਰੀ, ਪਹਿਲਾਂ ਉੱਚੀਆਂ ਕਰਦੇ, ਕੋਈ ਐਕਸੀਡੈਂਟ ਨਾ ਹੋ ਜਾਵੇ, ਕੋਈ ਬੱਚਾ ਨਾ ਕੋਈ ਮਰ ਜਾਵੇ, ਤਾਰਾਂ ਥੱਲੇ ਲੰਮਕੀਆਂ। ਮੈਨੂੰ ਮਾਲਕਾਂ ਵੱਲੋਂ ਜਿਨ੍ਹਾਂ ਦੀ ਪ੍ਰਾਪਰਟੀ ਸੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਛੱਡਿਆ ਕਿ ਤੁਸੀਂ ਇਹਨਾਂ ਨੂੰ ਕਢਾਓ ਜੇ ਉਹ। ਮੈਂ ਯੋਗੇਸ਼ ਨੂੰ ਉੱਦਾਂ ਫੋਨ ਕੀਤਾ ਹੈ ਕਿ ਤੁਸੀਂ ਆਪਣਾ ਮਕਾਨ ਖਾਲੀ ਕਰ ਦਿਓ ਜੇ ਉਹ। ਅੱਗੋਂ ਮੈਨੂੰ ਧਮਕੀਆਂ ਲਗਾਉਂਦੇ ਨੇ, ਤੂੰ ਆਪਣੇ ਨਾਲ ਰਿਲੇਸ਼ਨ ਸਾਡੇ ਨਾਲ ਖਰਾਬ ਕਰ ਲੈਂਗਾ, ਤੂੰ ਮੈਨੂੰ ਜਾਣਦਾ ਨਹੀਂ ਜੀ। ਹੈਲੋ, ਬੜਾ ਵਧੀਆ ਕੰਮ ਕੀਤਾ ਤੂੰ ਭਾਜੀ। ਜਾੜਦੀ ਹੁਣ ਭਾਜੀ ਲੋਹਾ ਲੰਘ ਜਾਈ, ਫ੍ਰੀ ਹੋਵਾਂਗੇ, ਠੀਕ ਹੈ? ਭਾਜੀ ਜਾੜਦੀ ਕੋਈ ਗੱਲ ਨਹੀਂ, ਜੋ ਦਿਨ ਸੁਨੇਹਾ ਦੇਣਾ ਮੈਂ ਦੇਤਾ। ਅੱਛਾ, ਕੀ ਕਰਾਂ? ਆਹੀ ਦੇਖ ਲਾਂ, ਕੋਈ ਗੱਲ ਨਹੀਂ। ਕੀ ਦੇਖੇਗਾ? ਮੇਰੇ ਫਾਦਰ ਸਾਹਿਬ ਨਹੀਂ ਹੈ ਸਿਰ ਤੇ, ਕੱਲ ਨੂੰ ਮੈਨੂੰ ਜੇ 19 ਕੀ ਵੀ ਕੋਈ ਗੱਲ ਹੁੰਦੀ ਹੈ ਉਹਦਾ ਜ਼ਿੰਮੇਵਾਰ ਯੋਗੇਸ਼ ਹੈ। ਜੈ ਹਿੰਦ ਦੋਸਤੋ, ਤੁਸੀਂ ਦੇਖ ਰਹੇ ਹੋ TNN। ਸੋ TNN ਤੁਹਾਡੇ ਲਈ ਇੱਕ ਜਾਣਕਾਰੀ ਲੈ ਕੇ ਆਇਆ ਕਿ ਜਦੋਂ ਕੋਈ ਬਜ਼ੁਰਗ ਜਾਂ ਫਿਰ ਕੋਈ ਦੰਪਤੀ ਆਪਣੇ ਲਈ ਕੋਈ ਪ੍ਰਾਪਰਟੀ ਬਣਾਉਂਦੇ ਨੇ, ਕੋਈ ਘਰ ਬਣਾਉਂਦੇ ਨੇ, ਤੇ ਬੜੀਆਂ ਉਮੀਦਾਂ ਦੇ ਨਾਲ ਬਣਾਉਂਦੇ ਨੇ ਕਿ ਉਹ ਜਾਂ ਤਾਂ ਉਹਦੇ ਵਿੱਚ ਰਹਿਣਗੇ ਜਾਂ ਫਿਰ ਉਸ ਦਾ ਇਸ ਤਰ੍ਹਾਂ ਇਸਤੇਮਾਲ ਕਰਨਗੇ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ, ਆਉਣ ਵਾਲਾ ਫਿਊਚਰ ਜਿਹੜਾ ਉਹ ਸਹੂਲਤ ਦੇ ਨਾਲ ਗੁਜ਼ਰੇ। ਸੋ ਇੱਕ ਮਾਮਲਾ ਇੱਦਾਂ ਦਾ ਹੀ ਮਨਵਾਲ ਅਸੀਂ ਇਸ ਵੇਲੇ ਖੜ੍ਹੇ ਹਾਂ। ਪਿੱਛੇ ਇੱਕ ਬਿਲਡਿੰਗ ਤੁਸੀਂ ਦੇਖ ਰਹੇ ਹੋ ਕਿ ਇੱਕ ਬਜ਼ੁਰਗ ਦੰਪਤੀ ਨੇ ਇਸ ਨੂੰ ਬਣਾਇਆ ਔਰ ਬਣਾਇਆ ਇਸ ਕਰਕੇ ਸੀਗਾ ਕਿ ਉਹਨਾਂ ਨੂੰ ਇਸ ਬਿਲਡਿੰਗ ਤੋਂ ਕੋਈ ਕੱਲ ਨੂੰ ਉਹਨਾਂ ਦੀ ਜੀਵਨ ਦੇ ਗੁਜ਼ਰ ਬਸਰ ਦੇ ਲਈ ਇਸ ਤੋਂ ਕੋਈ ਆਮਦਨ ਜਾਂ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੋ ਸਕੇਗਾ। ਸੋ ਕੋਵਿਡ ਤੋਂ ਪਹਿਲਾਂ ਉਹਨਾਂ ਨੇ ਸਕੂਲ ਬਣਾਉਣ ਦੀ ਸੋਚੀ ਸੀਗੀ, ਕੋਵਿਡ ਕਰਕੇ ਸਕੂਲ ਵੀ ਬੰਦ ਹੋ ਗਿਆ। ਸੋ ਉਸ ਤੋਂ ਬਾਅਦ ਉਹਨਾਂ ਨੇ ਇਸ ਬਿਲਡਿੰਗ ਦੇ 2 ਕਮਰੇ ਜਿਹੜੇ ਆ ਉਹ ਰੈਂਟ ਤੇ ਦੇ ਦਿੱਤੇ ਕਿ ਚਲੋ ਉਹਨਾਂ ਨੂੰ ਕੋਈ ਉਸ ਤੋਂ ਆਮਦਨ ਹੋਵੇਗੀ ਔਰ ਉਸ ਆਮਦਨ ਦੇ ਨਾਲ ਉਹਨਾਂ ਦੀ ਗੁਜ਼ਰ ਬਸਰ ਜਿਹੜੀ ਅੱਛੀ ਹੋ ਪਾਏਗੀ। ਔਰ ਤੁਹਾਨੂੰ ਦੱਸ ਦਈਏ ਕਿ ਦੋਨੇ ਜਿਹੜੇ ਬਜ਼ੁਰਗ ਨੇ ਉਹ ਸੀਨੀਅਰ ਸਿਟੀਜ਼ਨ ਨੇ ਔਰ ਸਰਕਾਰੀ ਮਹਿਕਮੇ ਤੋਂ ਦੋਨੇ ਰਿਟਾਇਰ ਵੀ ਨੇ। ਸੋ ਇਹ ਬਿਲਡਿੰਗ ਉਹਨਾਂ ਨੇ ਕਿਰਾਏ ਤੇ ਇਹਦੇ 2 ਕਮਰੇ ਦਿੱਤੇ ਸੀਗੇ ਕਿ ਕੋਈ ਸਹੂਲਤ ਉਹਨਾਂ ਨੂੰ ਮਿਲੇਗੀ। ਪਰ ਜਦੋਂ ਕਿਰਾਏ ਤੇ ਦਿੰਦੇ ਹੀ 1 ਮਹੀਨੇ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਜਿਹੜੀ ਬਿਲਡਿੰਗ ਦਾ ਮਿਸਯੂਜ਼ ਹੋ ਰਿਹਾ। 2 ਕਮਰੇ ਦਿੱਤੇ ਗਏ ਸੀ ਪਰ ਜਿਹੜਾ ਕਿਰਾਏਦਾਰ ਹੈ ਉਹ ਪੂਰੀ ਬਿਲਡਿੰਗ ਇਸਤੇਮਾਲ ਕਰ ਰਿਹਾ ਔਰ ਉਸ ਤੋਂ ਬਾਅਦ ਹੀ ਇਹਨਾਂ ਨੇ ਆਪਣੇ ਕੰਟਰੈਕਟ ਦੇ ਮੁਤਾਬਿਕ ਉਸ ਨੂੰ ਕਿਹਾ ਕਿ ਇਹ ਸਾਡੀ ਬਿਲਡਿੰਗ ਤੁਸੀਂ ਖਾਲੀ ਕਰ ਦਿਓ। ਪਰ ਲਗਭਗ 7-8 ਮਹੀਨੇ ਹੋ ਚੁੱਕੇ ਨੇ, ਨਾ ਤਾਂ ਬਿਲਡਿੰਗ ਖਾਲੀ ਹੋ ਰਹੀ ਹੈ ਔਰ ਨਾ ਹੀ ਇਸ ਬਿਲਡਿੰਗ ਦਾ ਮਿਸਯੂਜ਼ ਹੋਣਾ ਬੰਦ ਹੋ ਰਿਹਾ। ਸੋ
ਕੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ तमाम ਸਰਕਾਰੀ ਅਦਾਰਿਆਂ 'ਚ ਵੀ ਗਏ ਕਿ ਉਹਨਾਂ ਦੀ ਕਿਸੇ ਤਰ੍ਹਾਂ ਮਦਦ ਕੀਤੀ ਜਾਵੇ, ਪਰ ਅਜੇ ਤੱਕ ਉਹਨਾਂ ਨੂੰ ਕੋਈ ਮਦਦ ਨਹੀਂ ਮਿਲੀ। ਸੋ ਲੁੰਬਿਨੀ ਜੇ ਅਸੀਂ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਹੈ ਜਿਹੜਾ ਉਹਦੇ ਬਿਲਕੁਲ ਆਪੋਜ਼ਿਟ ਕਲੋਨੀ ਹੈ, ਜਿਹੜੀ ਨਵੀਂ ਕਲੋਨੀ ਬਣੀ ਹੈ ਮਨਵਾਲ ਦੇ ਵਿੱਚ ਕਹਿ ਲਓ ਜਾਂ ਪੀਰ ਬਾਬਾ ਚੌਂਕ ਦੇ ਲਾਗੇ ਕਹਿ ਲਓ, ਨਿਊ ਉੱਤਮ ਗਾਰਡਨ ਜਿਹੜੀ ਕਲੋਨੀ ਹੈ ਉਹ ਇਸ ਦਾ ਨਾਮ ਹੈ। ਔਰ ਸਾਡੇ ਨਾਲ ਉਹ ਬਜ਼ੁਰਗ ਦੋਨੇ ਇਸ ਵੇਲੇ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਾਂ ਕੀ ਹੈ ਸਾਰਾ ਮਸਲਾ। ਜੀ ਕੀ ਨਾਂ ਜੀ ਤੁਹਾਡਾ? ਰਮੇਸ਼ ਚੰਦਰ ਜੀ, ਕੀ ਕਰਦੇ ਹੋ ਤੁਸੀਂ? ਮੈਂ ਰਿਟਾਇਰਡ ਹਾਂ BSNL ਤੋਂ। ਕੀ ਮਸਲਾ ਹੈ? ਇਹ ਬਿਲਡਿੰਗ ਤੁਸੀਂ ਕਿਉਂ ਦਿੱਤੀ ਸੀ ਔਰ ਕਦੋਂ ਦਿੱਤੀ ਸੀ ਤੇ ਹੁਣ ਕੀ ਸਟੇਟਸ ਹੈ? ਇਹ ਬਿਲਡਿੰਗ ਅਸੀਂ ਸਕੂਲ ਦੇ ਤੌਰ ਦੇ ਉੱਤੇ ਸ਼ੁਰੂ ਕਰਨੀ ਸੀਗੀ, ਲੇਕਿਨ ਕਰੋਨਾ ਲੱਗ ਗਿਆ ਜਿਹਦੇ ਕਰਕੇ 3 ਸਾਲ ਬੰਦ ਰਹੀ। ਠੀਕ ਹੈ। ਉਸ ਤੋਂ ਬਾਅਦ ਇਹ ਇਹਨਾਂ ਨਾਲ ਸਾਡੇ ਕੋਲੇ ਜਿਹੜੇ ਪ੍ਰਾਪਰਟੀ ਡੀਲਰ ਹੈ ਆਪਣਾ ਵਿਸ਼ਾਲ ਨੰਦਾ, ਇਹ ਆਏ ਸੀਗੇ, ਕਹਿੰਦੇ ਵੀ ਤੁਸੀਂ ਇੱਦਾਂ ਤੇ ਬਿਲਡਿੰਗ ਜਰਜਰ ਹੋ ਜਾਏਗੀ, ਥੋੜਾ ਬਹੁਤਾ ਖੁੱਲੀ ਰਹੇਗੀ, ਹਵਾ ਲੱਗਦੀ ਰਹੇਗੀ, ਇਸ ਕਰਕੇ ਤੁਸੀਂ ਇਹਨੂੰ ਕਿਰਾਏ ਤੇ ਦੇ ਦਿਓ। ਤੇ ਬੰਦੇ ਬਹੁਤ ਚੰਗੇ ਆ ਤੇ ਅਸੀਂ ਉਸ ਹਿਸਾਬ ਨਾਲ ਫਿਰ ਇਹਨੂੰ ਅਸੀਂ ਕਿਰਾਏ ਤੇ ਦਿੱਤੇ। 6000 ਮਹੀਨੇ ਤੇ ਕਿਰਾਇਆ ਇਹਦਾ ਫਿਕਸ ਹੋਇਆ ਸੀ। ਬਿਲਡਿੰਗ ਦੇ ਕਿੰਨੇ ਕਮਰੇ ਤੁਸੀਂ ਕਿਰਾਏ ਤੇ? ਸਿਰਫ 2 ਕਮਰੇ, ਉਹ ਵੀ ਐਡਜੋਇਨਿੰਗ ਕਮਰਾ, ਇੱਕ ਕਮਰਾ ਬਾਹਰ। ਦੋਨੇ ਕਮਰੇ ਜੁਆਇੰਟ ਨੇ? ਬਿਲਕੁਲ ਬਿਲਕੁਲ। ਇੱਕ ਦਰਵਾਜ਼ਾ ਉਹਦਾ, ਉਹ ਤੁਸੀਂ ਰੈਂਟ ਤੇ ਦਿੱਤਾ? ਹਾਂਜੀ। ਕਿੰਨਾ ਰੈਂਟ ਉਹਦਾ? ਉਹਦਾ 6000 ਰੁਪਈਆ ਹੋਇਆ। ਕਿਸ ਨੂੰ ਦਿੱਤਾ? ਇਹ ਅਸੀਂ ਜੋਗੇਸ਼ ਹੈ ਲੁੰਬਿਨੀ ਦੇ ਹੀ। ਅੱਛਾ, ਲੁੰਬਿਨੀ ਦਾ ਰਹਿਣ ਵਾਲਾ। ਕੀ ਕਾਰੋਬਾਰ ਉਹਦਾ? ਉਹ ਇਹੀ ਆਪਣਾ ਬੋਰ ਦਾ ਕੰਮ ਕਰਦੇ ਆ। ਉਹਨਾਂ ਨੇ ਤੁਹਾਡੇ ਕੋਲ ਬਿਲਡਿੰਗ ਕੀ ਕਹਿ ਕੇ ਲਈ ਗਈ? ਉਹਨਾਂ ਨੇ ਰਹਿਣਾ ਹੈ ਜਾਂ ਆਪਣੀ ਲੇਬਰ ਰੱਖਣੀ? ਨਹੀਂ, ਉਹ ਲੇਬਰ ਰਹੇਗੀ ਉਹਨਾਂ ਦੀ, ਉਹ ਵੀ ਇੱਕ ਬੰਦਾ ਰਹੇਗਾ। ਅੱਛਾ, ਲੇਬਰ ਵੱਧ ਤੋਂ ਵੱਧ 2 ਬੰਦੇ। ਵੱਧ ਤੋਂ ਵੱਧ 2 ਬੰਦੇ ਰਹਿਣਗੇ। ਹਾਂਜੀ ਠੀਕ ਹੈ। ਤੇ ਉਸ ਤੋਂ ਬਾਅਦ ਕੋਈ ਸਮਾਨ ਨਹੀਂ ਸਾਡਾ ਹੋਏਗਾ, ਕੋਈ ਕੁਝ ਨਹੀਂ, ਸਿਰਫ ਉਹਦਾ ਮੰਜੀ ਬਿਸਤਰਾ ਹੋਏਗਾ। ਫਿਰ ਦਿੱਕਤ ਕਿੱਥੇ ਆਈ? ਨਹੀਂ, ਦਿੱਕਤ ਇਹ ਆਈ ਆ ਕਿ ਜਦੋਂ ਇਹ ਸਮਾਨ ਦਾ ਖਲਾਰਾ ਪਿਆ ਹੀ ਦੇਖਿਆ, ਬਾਹਰ ਪਾਈਪਾਂ ਸਾਡਾ ਵਿਹੜਾ ਤੋੜ ਮਾਰਿਆ ਸਾਰੇ, ਇੱਥੇ ਗੱਡੀਆਂ ਬਾਹਰ ਗੇਟ ਤੇ ਗੱਡੀਆਂ ਖੜੀਆਂ, ਰਾਤ ਨੂੰ ਸਾਨੂੰ ਫੋਨ ਆਉਂਦੇ ਆ ਕਿ ਤੁਸੀਂ ਗੱਡੀ ਹਟਾ ਲਓ ਇੱਥੋਂ। ਤੇ ਉਹ ਅਸੀਂ ਜਦੋਂ ਇਹਦੇ ਨਾਲ ਗੱਲ ਕਰੀ ਦੀ ਹੈ ਤੇ ਇਹ ਫਿਰ ਕਹਿੰਦਾ ਵੀ ਮੈਂ ਹਟਾ ਲਾਂਗਾ, ਮੈਂ ਕਮਰਾ ਬਦਲ ਲੈਣਾ, ਮੈਂ ਹੋਰ ਕਿਤੇ ਲੈ ਲਾਂਗਾ। ਲੇਕਿਨ ਕੋਈ ਕਮਰਾ ਨਹੀਂ ਅਜੇ ਤੱਕ ਬਦਲਿਆ ਗਿਆ, ਨਾ ਹੀ ਸਾਡੀ ਕੋਈ ਕਿਸੇ ਪ੍ਰਸ਼ਾਸਨ ਦੇ ਤੌਰ ਤੇ ਸਾਡੀ ਕੋਈ ਹੈਲਪ। ਤੁਸੀਂ ਕੋਈ ਕੰਪਲੇਨ ਕੀਤੀ? ਜੀ, ਕੰਪਲੇਂਟ ਅਸੀਂ ਗਏ ਸੀਗੇ ਸ਼ਾਹਪੁਰ ਕੰਡੀ। ਠੀਕ ਹੈ, ਉਹਨਾਂ ਸਾਡੀ ਐਪਲੀਕੇਸ਼ਨ ਨਹੀਂ ਲਈ। ਕੀ ਕਹਿੰਦੇ ਹੋ? ਉਹ ਕਹਿੰਦੇ ਜੀ ਤੁਹਾਡਾ ਕੰਮ ਹੈ, ਤੁਸੀਂ ਐਗਰੀਮੈਂਟ ਕੀਤਾ ਤਾਂ ਆਪਣਾ ਟਾਈਮ ਪੂਰਾ ਕਰੋ ਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ। ਨਹੀਂ, ਐਗਰੀਮੈਂਟ 'ਚ ਤੇ ਇਹ ਵੀ ਲਿਖਿਆ ਨਾ ਕਿ 1 ਮਹੀਨੇ ਦਾ ਨੋਟਿਸ ਦੇ ਕੇ ਖਾਲੀ ਕਰਾ ਸਕਦੇ ਹਾਂ। ਹਾਂ, ਤੇ ਉਹ ਅਸੀਂ ਉਹਦੇ ਬਾਰੇ ਕਿਹਾ, ਕਹਿੰਦੇ ਨਹੀਂ ਅਸੀਂ ਇਹਦੇ ਬਾਰੇ ਪ੍ਰੋਪਰ ਐਗਰੀਮੈਂਟ ਕੀਤਾ ਤੁਸੀਂ? ਬਿਲਕੁਲ ਪ੍ਰੋਪਰ ਐਗਰੀਮੈਂਟ ਹੋਇਆ ਦਾ। ਜੀ ਜੀ ਜੀ। ਕੀ ਨਾਂ ਜੀ ਤੁਹਾਡਾ? ਰਾਜਕੁਮਾਰੀ ਸਰ। ਮੈਡਮ ਤੁਸੀਂ ਕੀ ਕਰਦੇ ਹੋ? ਮੈਂ ਸਰ ਪ੍ਰਿੰਸੀਪਲ ਰਿਟਾਇਰਡ ਹੋਈ ਹਾਂ ਮਨਵਾਲ ਸੀਨੀਅਰ ਸੈਕੰਡਰੀ ਸਕੂਲ ਤੋਂ। ਤੇ ਕਦੋਂ ਤੁਹਾਨੂੰ ਦਿੱਕਤ ਆਣੀ ਸ਼ੁਰੂ ਹੋਈ ਕਿ ਜਿਹੜਾ ਤੁਸੀਂ ਬਿਲਡਿੰਗ ਦਿੱਤੀ ਉਹਦਾ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ? ਕਦੋਂ ਪਤਾ ਲੱਗਾ? ਸਰ ਅਸੀਂ ਤੇ ਜਦੋਂ ਪਹਿਲੇ ਦਿੱਤੀ, ਜਦੋਂ ਇਹ ਆਇਆ ਤੇ ਉਦੋਂ ਹੀ ਅਸੀਂ ਦੇਖਿਆ ਕਿ ਇਹਨੇ ਤੇ ਵਰਕਸ਼ਾਪ ਟਾਈਪ ਬਣਾ ਲਿਆ। ਤੇ ਅਸੀਂ ਤੇ ਸਕੂਲ ਦੇ ਆਪਣੇ ਸ਼ੌਂਕ ਤੌਰ ਤੇ ਕੀਤਾ ਸੀ ਵੀ ਚਲੋ ਬੈਠਾਂਗੇ, ਬੱਚਿਆਂ ਨੂੰ ਕੁਝ ਗਾਈਡ ਕਰਾਂਗੇ ਜਾਂ ਕਿਸ ਤਰ੍ਹਾਂ ਹੋਵੇ। ਤੇ ਉਹ ਇਹਦਾ ਬਿਲਕੁਲ ਹੀ ਉਹਨੇ ਗਲਤ। ਫਿਰ ਅਸੀਂ ਉਹਨੂੰ ਕਿਹਾ ਕਿ ਤੂੰ ਨਾ ਆਪਣਾ ਹੋਰ ਕਿਤੇ ਬਦਲ ਲੈ, ਸਾਨੂੰ ਬੜੀ ਪਰੇਸ਼ਾਨੀ ਆ ਰਹੀ ਹੈ, ਅਸੀਂ ਆਪੇ ਹੀ ਸਕੂਲ ਸ਼ੁਰੂ ਕਰਨਾ, ਨਾਲੇ ਅਸੀਂ ਰਹਿਣਾ ਆ ਕੇ। ਪਰ ਇਹਨੇ ਬਿਲਕੁਲ ਗੱਲ ਨਹੀਂ ਸਾਡੀ ਸੁਣੀ ਵੀ। ਅਸੀਂ ਆਪਣਾ ਵਿਸ਼ਾਲ ਨੰਦਾ ਨੂੰ ਵੀ ਕਿਹਾ ਕਿ ਤੁਸੀਂ ਕਿਹਾ ਹੋਵੇ ਤਾਂ ਤੁਸੀਂ ਇਹਨੂੰ ਕਹੋ ਵੀ ਇੱਦਾਂ ਸਾਡੀ ਖਾਲੀ ਕਰ ਦੇਵੇ, ਕਿਉਂਕਿ ਇਹ ਲਾਈਟ ਆਪਣੇ ਬਾਹਰ ਲਾ ਕੇ ਵਰਕਸ਼ਾਪ ਤੋਂ ਉਹ ਕਰਦਾ ਵੇ, ਵੈਲਡਿੰਗ ਕਰਦਾ ਵੇ। ਅੱਛਾ, ਵੈਲਡਿੰਗ ਵੀ ਦੇ ਅੰਦਰ ਕਰਦੇ ਨੇ? ਵੈਲਡਿੰਗ ਵੀ ਕਰਦਾ ਵੇ। ਫਿਰ ਲੋਕੀ ਜਿਹੜੇ ਉਹ ਵੀ ਬੜੇ ਪਰੇਸ਼ਾਨ ਹੋਣਦੇ ਆ ਸਾਡੇ। ਆਸ ਪੜੋਸ ਵੀ ਪਰੇਸ਼ਾਨ ਹੈ। ਮੈਡਮ ਸਾਡੇ ਨੇ ਆਪਣੇ ਇਹਨਾਂ ਦੀ ਵੀ ਦੀਵਾਰ ਵਗੈਰਾ ਤੋੜ ਦਿੱਤੀ ਹੈ, ਫਿਰ ਬਿਜਲੀ ਦੀਆਂ ਲਾਈਟਾਂ ਵਗੈਰਾ ਵੀ ਤੋੜ ਦਿੱਤੀਆਂ। ਇਹ ਵੀ ਬੜੇ ਪਰੇਸ਼ਾਨ ਹੋਏ ਆ ਤੇ ਅਸੀਂ ਬੜੇ ਟੈਨਸ਼ਨ 'ਚ ਸੀ ਤੇ ਕਾਫੀ ਗਏ ਆ। ਕੱਲ ਸ਼ਾਹਪੁਰ ਕੰਡੀ ਵੀ ਗਏ ਸੀ, ਪਰ ਉੱਥੇ ਵੀ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ। ਹਾਂਜੀ, ਤੇ ਅਸੀਂ ਬਹੁਤ ਪਰੇਸ਼ਾਨ ਆ ਸਰ, ਪਲੀਜ਼ ਸਾਡੀ ਹੈਲਪ ਕਰੋ। ਕੀ ਹੁਣ ਕੀ ਮੰਗ ਕੀ ਕਰਦੇ ਹੋ? ਅਸੀਂ ਸਰ ਇਹੀ ਕਹਿੰਦੇ ਆ ਕਿ ਇਹ ਟ੍ਰਾਂਸਫਰ ਕਰ ਲੈ, ਆਪਣਾ ਕਮਰਾ ਕਿਤੇ ਹੋਰ ਲੈ ਲੈ। ਵਿਸ਼ਾਲ ਨੇ ਇਹਨੂੰ ਦਿਖਾਇਆ ਵੀ ਹੈ ਵੇ ਤੇ ਵਿਸ਼ਾਲ ਕਹਿੰਦਾ ਕਿ ਮੈਂ ਤੇਰੇ ਕੋਲ ਕੋਈ ਕਿਸੇ ਤਰ੍ਹਾਂ ਦੀ ਪੇਮੈਂਟ ਨਹੀਂ ਲਵਾਂਗਾ, ਕੁਛ ਨਹੀਂ ਲਵਾਂਗਾ, ਤੂੰ ਉੱਥੇ ਚੱਲ ਜਾ। ਤੇ ਇਹ ਕਹਿੰਦਾ ਨਹੀਂ ਮੈਂ ਨਹੀਂ ਜਾਣਾ, ਮੈਂ ਤਾਂ ਤੁਹਾਨੂੰ ਤੰਗ ਹੀ ਕਰਨਾ ਬਸ। ਸੋ ਮਕਾਨ ਮਾਲਿਕ ਤੇ ਪਰੇਸ਼ਾਨ ਹੈ ਹੀ ਨੇ, ਉਹਨਾਂ ਦੀ ਬਿਲਡਿੰਗ ਦਾ ਮਿਸਯੂਜ਼ ਤੇ ਹੋ ਹੀ ਰਿਹਾ। ਜਿਹੜਾ ਆਸ ਪੜੋਸ ਹੈ ਉਹ ਵੀ ਇਹਨਾਂ ਤੋਂ ਬਹੁਤ ਪਰੇਸ਼ਾਨ ਹੈ ਔਰ ਉਹਨਾਂ ਨੂੰ ਵੀ ਕਾਫੀ ਜਿਹੜਾ ਯਾਰ ਨੁਕਸਾਨ ਪਹੁੰਚਾਇਆ ਗਿਆ, ਪਰ ਉਸਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਨਾਂ ਜੀ ਤੁਹਾਡਾ? मेरा नाम सिमी बैल है जी। ਤੁਸੀਂ ਕਿੱਥੇ ਰਹਿੰਦੇ ਹੋ? ਇਹ बस एक गली में साथ में गली है। ਕੀ ਤੁਹਾਨੂੰ ਕੀ ਦਿੱਕਤ ਆਈ ਇਹਨਾਂ ਵੱਲੋਂ? ਸਾਨੂੰ ਦਿੱਕਤ ਇਹ ਆਈ ਹੈ ਕਿ ਆਪਣੀ ਬੋਰ ਵਾਲੀ ਮਸ਼ੀਨ ਲੈ ਕੇ ਜਾ ਰਹੇ ਸੀਗੇ, ਇਹਨਾਂ ਨੇ ਤਾਰਾਂ ਸਾਡੀਆਂ ਸਾਰੀਆਂ ਖਿੱਚ ਦਿੱਤੀਆਂ ਤੇ ਸਾਰੇ ਸਾਡੇ ਕੰਧਾਂ ਜਿਹੜੀਆਂ, ਸਾਰਾ ਪਿੱਲਰ ਸਭ ਨੀਚੇ ਆ ਨੀਚੇ ਕਰਕੇ, ਜਿਹਦੇ ਨਾਲ ਤਾਰਾਂ ਬੰਨੀ ਦੀਆਂ? ਤਾਰਾਂ ਬੰਨੀ ਦੀਆਂ, ਸਾਰਾ ਪਿੱਲਰ ਨੀਚੇ ਆ ਗਿਆ। ਫਿਰ ਅਸੀਂ ਅਗਰ ਇਹਨਾਂ ਨੂੰ ਫੋਨ ਕੀਤਾ ਕਿ ਪਿੱਲਰ ਠੀਕ ਕਰਵਾ ਦਿਓ ਤੇ ਤਾਂ ਵੀ ਇਹਨਾਂ ਨੇ ਪਹਿਲੇ ਕੋਈ ਰਿਸਪੌਂਸ ਨਹੀਂ ਦਿੰਦੇ। ਬਸ ਅਸੀਂ 2 ਦਿਨ ਬਾਅਦ ਮਿਸਤਰੀ ਭੇਜ ਰਹੇ ਹਾਂ, 3 ਦਿਨ ਬਾਅਦ ਮਿਸਤਰੀ ਭੇਜ ਰਹੇ ਹਾਂ, ਕੋਈ ਇਹਨਾਂ ਨੇ ਸੁਣਵਾਈ ਨਹੀਂ ਕੀਤੀ। ਤੁਸੀਂ ਕੋਈ ਕੰਪਲੇਨ ਕੀਤੀ ਇਸ ਰਿਗਾਰਡਿੰਗ? ਕੀਤੀ ਸੀਗੀ ਤੇ ਕੋਈ ਪਰ ਸੁਣਵਾਈ ਕੋਈ ਸੁਣਵਾਈ ਨਹੀਂ ਹੈ। ਜੀ। ਕੀ ਨਾਂ ਜੀ ਤੁਹਾਡਾ?
ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ। ਕੀ ਕਹਿਣਾ ਚਾਹੁੰਦੇ ਜੀ ਤੁਸੀਂ ਵੀ ਆਸ ਪੜੋਸ ਅਸੀਂ ਜਨਾਬ ਇਹ ਕਹਿੰਦਾ ਕਿ ਇਹ ਰੈਜ਼ੀਡੈਂਸ਼ੀਅਲ ਕਲੋਨੀ ਹੈ ਕਿ ਕਮਰਸ਼ੀਅਲ ਕਲੋਨੀ ਨਹੀਂ ਹੈਗੀ। ਇੱਥੇ ਬੋਰ ਵਾਲੀਆਂ ਗੱਡੀਆਂ ਮਸ਼ੀਨਾਂ ਲੱਗਣ, ਬੱਚਿਆਂ ਨੇ ਲੰਘਣਾ ਆਉਣਾ ਜਾਣਾ ਹੁੰਦਾ, ਕਿਤੇ ਸੱਟ ਲੱਗਣ ਦਾ ਡਰ ਹੈ। ਇਹਨੂੰ ਚਾਹੀਦਾ ਕਿਤੇ ਕਮਰਸ਼ੀਅਲ ਜਗ੍ਹਾ 'ਚ ਆ ਕੇ ਆਪਣਾ ਮਕਾਨ ਲਵੇ, ਉੱਥੇ ਮਸ਼ੀਨਾਂ ਉਹਨਾਂ ਲੈ ਜੇ, ਜਿਸ ਦੇ ਨਾਲ ਸਾਡੀ ਪਰਸੋਂ ਦੀਆਂ ਤਾਰਾਂ ਟੁੱਟ ਗਈ, ਤੇ ਤਾਰਾਂ ਸਾਰੀਆਂ ਡੋਲ ਪਈਆਂ ਨੇ, ਜਿਹਦੇ ਵਿੱਚ ਜੇਈ ਸਾਹਿਬ ਨੂੰ ਅਸੀਂ 3 ਵਾਰੀ ਕਿਹਾ, ਕਹਿ ਚੁੱਕੇ 4 ਵਾਰੀ, ਪਰ ਇਹਨੂੰ ਉੱਚੀਆਂ ਕਰਦੇ, ਕੋਈ ਐਕਸੀਡੈਂਟ ਨਾ ਹੋ ਜਾਏ, ਕੋਈ ਬੱਚਾ ਨਾ ਕੋਈ ਮਰ ਜਾਏ, ਤਾਰਾਂ ਥੱਲੇ ਲਮਕੀਆਂ, ਤੁਸੀਂ ਉਹਨਾਂ ਦੀ ਫੋਟੋ ਖਿੱਚੋ, ਉਹ ਵੀ ਵਿੱਚ ਪਾਓ। ਤਾਂ ਅਸੀਂ ਜੇਈ ਸਾਹਿਬ ਨੂੰ 3-4 ਵਾਰੀ ਕਿਹਾ, ਹਾਲੇ ਤੱਕ ਤਾਰਾਂ ਚੁੱਕੀਆਂ ਨਹੀਂ, ਉਹ ਵੀ ਤਾਰਾਂ ਦੇਖੋ ਆ ਗਏ। ਹਾਂ, ਤੇ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ, ਜਿਹਨਾਂ ਦੀ ਦੀਵਾਰ ਟੁੱਟੀ ਹੈ ਵੈਲ ਸਾਹਿਬ ਹੁੰਦੇ, ਇਹਨਾਂ ਦਾ 10-12 ਹਜ਼ਾਰ ਰੁਪਏ ਦਾ ਨੁਕਸਾਨ ਹੈ। ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਕਿ ਇਹਨਾਂ ਦੇ ਨੁਕਸਾਨ ਦੀ ਭਰਪਾਈ ਠੇਕੇਦਾਰ ਭਰੇ। ਸੋ ਆ ਤੁਸੀਂ ਦੇਖ ਸਕਦੇ ਹੋ ਕਿ ਬਿਲਡਿੰਗ ਸੈੱਟ ਤੇ ਪਿਆ ਹੈ ਔਰ ਤਮਾਮ ਇੱਕ ਵਰਕਸ਼ਾਪ ਜਿੱਦਾਂ ਹੁੰਦੀ ਹੈ ਉੱਦਾਂ ਬਣਾਈ ਗਈ ਹੈ ਉਹਨਾਂ ਵੱਲੋਂ। ਔਰ ਜਦ ਕਿ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਨੂੰ ਸਿਰਫ 2 ਕਮਰੇ ਦਿੱਤੇ ਸੀਗੇ ਔਰ ਲਗਭਗ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਬਿਲਡਿੰਗ ਉਹਨਾਂ ਵੱਲੋਂ ਇਸਤੇਮਾਲ ਕੀਤੀ ਜਾ ਰਹੀ ਹੈ। ਉਹਨਾਂ ਇਹ ਜਿਹੜਾ ਕਮਰਾ ਹੈ ਇਹ ਰੈਂਟ ਤੇ ਦਿੱਤਾ ਗਿਆ ਹੈ ਜੀ। ਇਸ ਦੇ ਅੰਦਰ ਹੀ ਇੱਕ ਹੋਰ ਕਮਰਾ ਹੈ। ਇਹ ਜਿਹੜੇ 2 ਕਮਰੇ ਇਹਨਾਂ ਨੂੰ ਦਿੱਤੇ, ਜਿਹਦਾ ਇੱਕ ਦਰਵਾਜ਼ਾ, ਇਸ ਦਾ ਹੀ ਸਿਰਫ ਐਗਰੀਮੈਂਟ ਹੋਇਆ ਔਰ ਸਿਰਫ ਇਸੇ ਨੂੰ ਹੀ ਰੈਂਟ ਤੇ ਦਿੱਤਾ। ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਜਿਹੜਾ ਦਰਵਾਜ਼ਾ, ਇਹਦਾ ਤਾਲਾ ਤੋੜਿਆ ਗਿਆ ਇਸ ਕਮਰੇ ਦਾ, ਔਰ ਤਾਲਾ ਤੋੜ ਕੇ ਜਿਹੜਾ ਆ ਇਸ ਕਮਰੇ ਨੂੰ ਵਰਤਿਆ ਜਾ ਰਿਹਾ। ਸਾਰਾ ਸਮਾਨ ਜਿਹੜਾ ਮਸ਼ੀਨਾਂ ਦਾ ਪਿਆ ਹੋਇਆ, ਵਰਕਸ਼ਾਪ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ। ਔਰ ਇਹ ਜਿਹੜਾ ਕਮਰਾ ਉਹ ਰੈਂਟ ਤੇ ਨਹੀਂ ਦਿੱਤਾ ਹੋਇਆ। ਇਸ ਕਮਰੇ ਦਾ ਕੋਈ ਵੀ ਰੈਂਟ ਐਗਰੀਮੈਂਟ ਨਹੀਂ ਹੋਏਦਾ। ਧੱਕੇ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ ਇਹ ਕਮਰਾ ਜਿਹੜਾ ਵਰਤਿਆ ਜਾ ਰਿਹਾ, ਉਸ ਦੇ ਨਾਲ ਇੱਕ ਕਮਰਾ ਹੋਰ, ਉਸ ਤੋਂ ਬਾਅਦ ਇੱਕ ਹੋਰ ਕਮਰਾ। ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਲੇਬਰ ਦਾ ਬੰਦਾ ਵੀ ਕੋਈ ਸੁੱਤਾ ਹੋਇਆ, ਇਸ ਲਈ ਪੱਖਾ ਲੱਗਿਆ ਹੋਇਆ। ਪੂਰਾ ਇਸ ਕਮਰੇ ਨੂੰ ਜਿਹੜਾ ਬਕਾਇਦਾ ਵਰਤਿਆ ਜਾ ਰਿਹਾ, ਬਿਜਲੀ ਵਰਤੀ ਜਾ ਰਹੀ ਹੈ, ਇਹਦਾ ਕੋਈ ਐਗਰੀਮੈਂਟ ਨਹੀਂ ਹੋਇਆ ਔਰ ਕੋਈ ਇਹਦੇ ਵਿੱਚ ਜਿਹੜਾ ਆ ਕਿਸੇ ਤਰ੍ਹਾਂ ਦਾ ਰੈਂਟ ਜਿਹੜਾ ਮਾਲਕਾਂ ਨੂੰ ਨਹੀਂ ਜਾ ਰਿਹਾ। ਔਰ ਮਾਲਕਾਂ ਦਾ ਔਰ ਆਸ ਪੜੋਸ ਦਾ ਕਹਿਣਾ ਕਿ ਇਹਨਾਂ ਕੋਲ ਇੱਥੇ 10-10 15-15 ਬੰਦੇ ਲੇਬਰ ਦੇ ਆਉਂਦੇ ਨੇ। ਇਹ ਤੁਸੀਂ ਬਾਹਰ ਦੇਖ ਸਕਦੇ ਹੋ ਕਿ ਇਹ ਬਿਲਡਿੰਗ ਦੇ ਬਾਹਰ ਦਾ ਜਿਹੜਾ ਇਹਨਾਂ ਦਾ ਵਿਹੜਾ ਆ, ਉਹ ਪੂਰੀ ਬਿਲਡਿੰਗ ਦਾ ਵਿਹੜਾ ਔਰ ਉਸ ਨੂੰ ਵੀ ਵਰਤਿਆ ਜਾ ਰਿਹਾ। ਔਰ ਮਾਲਕ ਮਕਾਨ ਦਾ ਕਹਿਣਾ ਹੈ ਕਿ ਇਹਨਾਂ ਦੇ ਵਿਹੜੇ ਦੀ ਵੀ ਤੋੜ-ਫੋੜ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਪਾਣੀ ਵਾਲਾ ਟੈਂਕ ਹੈ, ਉਸ ਦਾ ਢੱਕਣ ਤੋੜਿਆ ਗਿਆ ਹੈ, ਉਸ ਤਰ੍ਹਾਂ ਹੀ ਓਪਨ ਪਿਆ। ਕੋਈ ਵੀ ਚੀਜ਼ ਇਹਦੇ ਵਿੱਚ ਜਿਹੜੀ ਆ ਉਹ ਡਿੱਗ ਸਕਦੀ ਹੈ, ਇਸਤੇਮਾਲ ਯੋਗ ਨਹੀਂ ਰਹਿ ਸਕਦਾ ਇਹ ਪਾਣੀ। ਇਸ ਸਾਈਡ ਵੀ ਸੇਮ ਉਸੇ ਤਰ੍ਹਾਂ ਜਿਹੜੇ ਢੱਕਣ ਲੱਗੇ ਹੋਏ ਨੇ, ਕੋਈ ਸੀਵਰੇਜ ਦੇ ਨੇ ਜਾਂ ਨਾਲੀਆਂ ਦੇ ਨੇ ਜਾਂ ਟੈਂਕ ਦੇ ਨੇ, ਉਹ ਸਾਰੇ ਤੋੜੇ ਹੋਏ ਨੇ। ਇੱਧਰ ਵੀ ਤੁਸੀਂ ਦੇਖ ਸਕਦੇ ਹੋ ਪਾਈਪਾਂ ਲੱਗੀਆਂ ਨੇ। ਇਹ ਸਾਰਾ ਜਿਹੜਾ ਪੂਰੀ ਬਿਲਡਿੰਗ ਜਿਹੜੀ ਹੈ ਉਹ ਇਸਤੇਮਾਲ ਕੀਤੀ ਜਾ ਰਹੀ ਹੈ, ਬਜਾਏ ਕਿ 2 ਕਮਰਿਆਂ ਦੇ, ਕਿਉਂਕਿ ਰੈਂਟ ਸਿਰਫ 2 ਕਮਰਿਆਂ ਦਾ ਦਿੱਤਾ ਜਾ ਰਿਹਾ। ਔਰ ਇਹ ਰੋਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਬੋਰ ਵਾਲੀ ਇੱਕ ਮਸ਼ੀਨ ਹੈ, ਇਹ ਖੜੀ ਹੈ, ਜਿਹੜੀ ਕਿ ਰੋਡ ਦੇ ਉੱਤੇ ਖੜੀ ਹੈ। ਜਦੋਂ ਕੋਈ ਗੱਡੀਆਂ ਇੱਥੋਂ ਲੰਘਦੀਆਂ ਉਦੋਂ ਦਿੱਕਤ ਹੋ ਜਾਂਦੀ ਹੈ ਅਤੇ ਫਿਰ ਬਾਅਦ ਦੇ ਵਿੱਚ ਫੋਨ ਕਰਕੇ ਇਹ ਹਟਵਾਉਣੇ ਪੈਂਦੇ ਨੇ। HP ਨੰਬਰ HP 662917 ਨੰਬਰ ਹੈ ਇਸ ਵਹੀਕਲ ਦਾ। ਤੁਸੀਂ ਦੇਖ ਸਕਦੇ ਹੋ ਕਿ ਕੋਈ ਸਿਕਿਉਰਿਟੀ ਨੰਬਰ ਪਲੇਟ ਇਹਦੇ 'ਤੇ ਨਹੀਂ ਲੱਗੀ। ਉਹ ਇੱਕ ਅਲੱਗ ਗੱਲ ਹੈ ਕਿ ਉਸਨੂੰ ਕੌਣ ਚੈੱਕ ਕਰੇਗਾ ਕਿ ਕਿਹੜੀ ਨੰਬਰ ਪਲੇਟ ਚੱਲ ਰਹੀ ਹੈ। ਇੱਥੇ ਇਸ ਦਾ ਇਸਤੇਮਾਲ ਹੋ ਰਿਹਾ। ਇਹ ਦੇਖੋ ਕਮਰਸ਼ਲਾਈਜ਼ ਸਾਰਾ ਟੋਟਲੀ ਇਸ ਬਿਲਡਿੰਗ ਨੂੰ ਯੂਜ਼ ਕੀਤਾ ਜਾ ਰਿਹਾ। ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਪਿੱਛੇ ਸਾਰੇ ਤੁਸੀਂ ਦੇਖ ਸਕਦੇ ਹੋ। ਇਹ ਜਿਹੜੀ ਤਾਰਾਂ ਦੀ ਗੱਲ ਕੀਤੀ ਜਾ ਰਹੀ, ਉਹ ਪਿੱਛੇ ਤਾਰਾਂ ਨੇ, ਉਹ ਤਾਰਾਂ ਖਿੱਚੀਆਂ ਗਈਆਂ ਨੇ, ਬਿਲਡਿੰਗ ਨੂੰ ਨੁਕਸਾਨ ਹੋਇਆ। ਉਹ ਟੋਟਲ ਜਿਹੜਾ ਆ ਨੁਕਸਾਨ ਕੀਤਾ ਜਾ ਰਿਹਾ। ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇਲ ਦੇ ਨਿਸ਼ਾਨ ਨੇ, ਇੱਥੇ ਵੀ ਗੱਡੀਆਂ ਖੜੀਆਂ ਰਹਿੰਦੀਆਂ ਨੇ। ਟੋਟਲ ਜਿਹੜਾ ਸੜਕ ਨੂੰ ਵੀ ਕਬਜ਼ਾ ਜਿਹੜਾ ਪ੍ਰੋਪਰ ਸੜਕ 'ਤੇ ਵੀ ਕਰਕੇ ਰੱਖਦੇ ਨੇ। ਜਦੋਂ ਕੋਈ ਵਿਰੋਧ ਕਰਦਾ ਤਾਂ ਉਹਨਾਂ ਦੇ ਨਾਲ ਫਿਰ ਇਹ ਗਾਲੀ ਗਲੋਚ ਕਰਦੇ ਨੇ। ਸੋ ਇਸ ਕਰਕੇ ਅਸੀਂ ਜਿਨ੍ਹਾਂ ਦੇ ਥਰੂ ਇਹ ਮਕਾਨ ਉਹਨਾਂ ਨੂੰ ਦਿੱਤਾ ਗਿਆ ਸੀ, ਉਹ ਵੀ ਸਾਡੇ ਨਾਲ ਨੇ, ਵਿਸ਼ਾਲ ਨੰਦਾ ਜੀ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ। ਔਰ ਕੀ ਉਹਨਾਂ ਦੇ ਨਾਲ ਐਗਰੀਮੈਂਟ ਹੋਇਆ, ਕੀ ਉਹਨਾਂ ਨੂੰ ਕਹਿ ਕੇ ਬਿਲਡਿੰਗ ਲਈ ਗਈ ਸੀਗੀ, ਉਹ ਵੀ ਗੱਲਬਾਤ ਕਰਾਂ। ਕੀ ਨਾਮ ਆ ਜੀ ਆਪਣਾ? ਵਿਸ਼ਾਲ ਜੀ। ਵਿਸ਼ਾਲ ਜੀ, ਕੀ ਕਿਹਾ ਸੀ ਜਦੋਂ ਇਹਨਾਂ ਨੇ ਤੁਹਾਡੇ ਕੋਲ? ਜੀ ਪਹਿਲੇ ਤਾਂ ਮੈਂ ਬਹੁਤ ਤੁਹਾਡਾ ਹਾਰਦਿਕ ਧੰਨਵਾਦ ਕਰਦਾ TNN ਨਿਊਜ਼ ਦਾ। ਬਹੁਤ ਵਧੀਆ ਨੈਟਵਰਕ ਪਲੇਟਫਾਰਮ ਹੈ। ਇਹਨਾਂ ਦਾ ਮੇਰੇ ਕੋਲ ਡੀਲਰ ਹੈ, ਮੇਰਾ ਡੀਲਿੰਗ ਦਾ ਕੰਮ ਹੈ। ਮੈਂ ਕਲੋਨੀ 'ਚ ਮੇਰੇ ਕੋਲ ਆਏ ਸੀ ਯੋਗੇਸ਼ ਜੀ, ਅਤੇ ਮੈਨੂੰ ਗੁਆਂਢ ਕਿਸੇ ਮੁੰਡਾ ਯਾਰ ਰਾਜੀ ਰੱਜਿਆ ਬੋਲਿਆ ਕਿ ਇਹਨਾਂ ਨੂੰ ਰੂਮ ਕਿਰਾਏ 'ਤੇ ਲੈ ਦੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਇਹਨਾਂ ਨੂੰ ਕਹਿੰਦੇ ਕਿ ਮੇਰੇ 1-2 ਬੰਦੇ ਲੇਬਰ ਦੇ ਰਹਿਣ ਕਰਨਗੇ, ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਭਾਅ ਜੀ, ਮੈਂ ਤੁਹਾਨੂੰ ਦਵਾ ਦਿੰਦਾ ਵਾਂ। ਅਤੇ ਇਹਨਾਂ ਨੇ ਆਪਣੀ ਜ਼ੁਬਾਨ 'ਤੇ ਨਹੀਂ ਉਤਰੇ, ਮਤਲਬ ਕਿ ਬੰਦੇ ਜ਼ਿਆਦਾ ਹੋਣੇ ਸ਼ੁਰੂ ਹੋ ਗਏ, ਗੱਡੀਆਂ ਲੱਗ ਗਈਆਂ। ਅਤੇ ਜਦੋਂ ਇੱਥੇ ਪਰੇਸ਼ਾਨੀ ਆਉਂਦੀ ਹੈ ਤਾਂ ਲੋਕ ਮੇਰੇ ਕੋਲ ਆਉਂਦੇ ਆ ਸਾਰੇ ਉੱਥੇ ਕਿ ਭਾਈ ਤੁਸੀਂ ਦਿਲਾਇਆ ਅਤੇ ਜੇ ਵੋ। ਫਿਰ ਇਹਨਾਂ ਨੂੰ ਮੈਂ ਜਿਹੜਾ ਯੋਗੇਸ਼ ਆ ਲੜਕਾ,
ਉਹਨਾਂ ਨੂੰ ਮੈਂ 2-3 ਮਹੀਨੇ ਤੋਂ ਬੋਲ ਰਿਹਾ ਕਿ ਤੁਸੀਂ ਆਪਣਾ ਖਾਲੀ ਕਰ ਦਿਓ, ਉਹਨਾਂ ਨੂੰ ਨਹੀਂ ਚਾਹੀਦੀ ਚੀਜ਼, ਉਹਨਾਂ ਨੂੰ ਨਹੀਂ ਚਾਹੀਦਾ। ਹਾਂ, ਤੁਹਾਨੂੰ ਮੈਂ ਇਹ ਵੀ ਅੱਗੋਂ ਕਹਿ ਰਿਹਾ ਕਿ ਉੱਥੇ ਕਿਤੇ ਅੱਗੇ ਜਗ੍ਹਾ ਖਾਲੀ ਹੈ, ਪਲਾਟ ਹੈ, ਕਿਸੇ ਦੀ ਵੱਖਰੀ ਜਗ੍ਹਾ ਪਈ ਦੀ ਹੈ, ਤੁਹਾਨੂੰ ਉਹ ਲੈ ਦਿੰਦੇ ਉਹ ਲੈ ਦਿੰਦਾ ਵਾ ਤੁਹਾਨੂੰ ਮੈਂ ਜਗ੍ਹਾ, ਉੱਥੇ ਰਮਾਨਾ ਰਹੀ ਜੋ, ਕੋਈ ਗੱਲ ਨਹੀਂ ਹੁੰਦੀ। ਅੰਦਰ ਵੀ ਗੱਡੀਆਂ ਲਾਈ, ਲੇਕਿਨ ਇਹ ਰੈਸੀਡੈਂਸ਼ੀਅਲ ਏਰੀਆ, ਤੁਸੀਂ ਗੱਡੀਆਂ ਬੋਰਵਲੀਆਂ ਵੱਡੀਆਂ ਵੱਡੀਆਂ ਕਰੇਨਾਂ ਲਗਾ ਲਈਆਂ ਤੇ ਬਸ ਇਹੀ ਫਿਰ ਅੱਗੋਂ ਰੋਜ਼ ਫੋਨ ਤੇ ਕਿ ਕੋਈ ਗੱਲ ਨਹੀਂ ਮੈਂ ਆ ਰਿਹਾ ਵਾਂ, ਮੈਂ ਉੱਧਰ ਆ ਹਿਮਾਚਲ ਆ। ਚਲੋ ਬੰਦਾ ਕੰਮ ਕਾਜ 'ਚ ਬਿਜ਼ੀ ਹੁੰਦਾ ਹਰ ਵੇਲੇ, ਮੈਂ ਕਹਿੰਦਾ ਕੋਈ ਗੱਲ ਨਹੀਂ, ਮੈਂ ਟਾਈਮ ਕੱਢਦਾ ਰਿਹਾ, ਲੇਕਿਨ ਮੈਨੂੰ ਮਾਲਕਾਂ ਵੱਲੋਂ ਜਿਨ੍ਹਾਂ ਦੀ ਪ੍ਰਾਪਰਟੀ ਸੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਛੱਡਿਆ ਕਿ ਤੁਸੀਂ ਇਹਨਾਂ ਨੂੰ ਕਢਾਓ ਜੇ ਉਹ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਬੜੇ ਫੋਨ ਕੀਤੇ ਇਹਨਾਂ ਨੂੰ, ਮੈਂ ਕਿਹਾ ਭਾਜੀ ਆਇਓ ਤੁਸੀਂ ਲੈ ਲਓ ਜਗ੍ਹਾ। ਥਾਣੇ ਵੀ ਗਏ ਸੁਣਿਆ? ਥਾਣੇ ਵੀ ਗਏ ਸੀ, ਮੈਂ ਜ਼ਰੂਰ, ਮੈਂ ਨਾਲ ਗਿਆ ਸੀ, ਮੈਨੂੰ ਲੈ ਕੇ ਗਏ ਨਾਲ, ਤੇ ਉੱਥੇ ਵੀ ਜਾ ਕੇ ਗਏ ਆ। ਭਾਜੀ ਕਹਿੰਦੇ ਸੀ, ਇੰਸਪੈਕਟਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਦੇਖ ਲਿਆ ਸਾਰਾ ਸਿਸਟਮ ਤੇ ਇਹ ਤਾਂ ਕੋਰਟ ਦਾ ਮੈਟਰ ਹੈ। ਮੈਂ ਕਿਹਾ ਕੋਰਟ ਦਾ ਮੈਟਰ ਹੈ ਕਿ ਕਲੋਨੀ ਵੱਲੋਂ ਹੀ ਹੈ, ਤੇ ਚੱਕਰ ਹੈ ਕਿ ਉਹਨਾਂ ਦਾ ਖਾਲੀ ਕਰਾਤਾ ਜਾਵੇ, ਕਿਉਂਕਿ ਐਗਰੀਮੈਂਟ ਦੇ ਵਿੱਚ ਲਿਖਿਆ ਤਾਂ ਮਾਲਕ 1-2 ਮਹੀਨੇ ਪਹਿਲੇ ਕਹਿ ਸਕਦਾ ਕਿ ਆਪਣੀ ਜਗ੍ਹਾ ਖਾਲੀ ਕਰਨੀ ਹੈ ਕਿ ਤੁਸੀਂ ਹੋਰ ਦੇਖ ਲਓ। ਉਹ ਕਹਿੰਦੇ ਇੰਸਪੈਕਟਰ ਸਾਹਿਬ ਨੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਾਓ, ਮੈਂ ਸ਼ਾਮ ਨੂੰ ਦੇਖ ਲਾਂਗਾ। ਸ਼ਾਇਦ ਉਹਨਾਂ ਦੀ ਕੋਈ ਮੀਟਿੰਗ ਸੀ ਉਸ ਟਾਈਮ ਤੇ, ਤਾਂ ਕਰਕੇ ਕਹਿੰਦੇ ਕੋਈ ਗੱਲ ਨਹੀਂ ਆ ਜਾਵਾਂਗਾ। ਲੇਕਿਨ ਆ ਜਾਣਗੇ, ਵੈਸੇ ਵੀ ਆਉਂਦੇ ਰਹਿੰਦੇ ਕਲੋਨੀ 'ਚ, ਐ ਨਹੀਂ ਗੱਲ ਕਿ ਨਹੀਂ ਆਉਂਦੇ ਕਲੋਨੀ 'ਚ, ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਹੱਲ ਨਹੀਂ ਆ। ਉਹ ਫਿਰ ਪਰੇਸ਼ਾਨ ਹੋ ਕੇ ਫਿਰ ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ TNN ਨਿਊਜ਼ ਨਾਲ, ਤੇ ਤੁਸੀਂ ਮੇਰੇ ਕੋਲ ਆ ਗਏ ਹੋ ਤੇ ਰਿਕੁਐਸਟ ਹੈ। ਚਲੋ ਮੈਂ ਤਾਂ ਬੋਲਿਆ ਸੁਦੇਨ ਯੋਗੇਸ਼ ਨੂੰ ਵੀ ਕਿ ਇਹਨਾਂ ਦਾ ਖਾਲੀ ਹੋ ਜਾਏ ਤਾਂ ਕੋਈ ਗੱਲ ਨਹੀਂ, ਅੱਗੋਂ ਨੈਕਸਟ ਜਗ੍ਹਾ 'ਤੇ ਲੈ ਦਿੱਤਾ ਜਾਵੇ। ਅੱਗੋਂ ਜਿਹੜੇ ਨਾਲ ਸਿੰਮੀ ਬਹਿਲ ਜੀ, ਉਹਨਾਂ ਦੀ ਕੰਪਲੇਂਟ ਆ, ਪੂਰੀ ਕਲੋਨੀ ਦੀਆਂ ਕੰਪਲੇਂਟਾਂ, ਸਿਗਨੇਚਰ ਕਰਾਉਣ ਆਏ ਮੇਰੇ ਕੋਲ। ਮੈਂ ਕਿਹਾ ਕਿਸ ਚੀਜ਼ ਦੀ ਸਿਗਨੇਚਰ ਕਰਾਉਣ ਆਏ? ਕਹਿੰਦੇ ਜੀ ਉਹਨਾਂ ਨੇ ਤਾਂ ਸਾਡੇ ਸਾਰੇ ਬਨੇਰੇ ਤੋੜਤੇ ਅੰਦਰ, ਸਾਰੀ ਗਲੀ ਦੀ ਕੋਰਨਰ ਤਾਰਾਂ, ਸਾਰੀਆਂ ਮੇਨ ਜਿਹੜੀਆਂ ਮੇਨ ਤਾਰਾਂ ਉਹ ਸਾਰੀਆਂ ਤੋੜ ਕੇ ਥੱਲੇ ਡਿੱਗੀ ਦੀਆਂ ਨੇ। ਇਹ ਵੀ ਇਹਨਾਂ ਦਾ ਕਹਿਣਾ ਕਿ ਸ਼ਾਮ ਨੂੰ ਇਕੱਠੇ ਹੋ ਜਾਂਦੇ ਆ, ਸ਼ਰਾਬ ਵਗੈਰਾ ਦਾ ਸੇਵਨ ਕਰਦੇ ਆ, ਤੇ ਉਸ ਦੇ ਨਾਲ ਵੀ ਆਸ ਪੜੋਸ ਨੂੰ ਜਿਹੜੀ ਦਿੱਕਤ ਆ ਰਹੀ। ਉਹ ਤੇ ਚਲੋ ਇਹਨਾਂ ਨੇ ਜਿਹੜੇ ਗਲੀ ਆਂਢ ਗੁਆਂਢ ਹੈ, ਮੇਰਾ ਤਾਂ ਚਲੋ ਘਰ ਦੂਰ ਹੈ, ਲੋਕਾਂ ਦੇ ਜਿਹੜੇ ਆਂਢ ਗੁਆਂਢ ਉਹਨਾਂ ਨੇ ਬੋਲਿਆ ਹੋਏਗਾ ਨਾ ਕਿ ਇਦਾਂ ਇਹ ਪਰੇਸ਼ਾਨੀ ਹੁੰਦੀ ਇਹਨਾਂ ਨੂੰ। ਤੇ ਇੱਥੇ ਰੈਜ਼ੀਡੈਂਸ਼ੀਅਲ ਏਰੀਆ, ਸਾਰੇ ਅਫਸਰੀ ਲੈਵਲ ਦੇ ਲੋਕ ਰਹਿੰਦੇ ਨੇ, ਤੇ ਪਲੀਜ਼ ਰਿਕੁਐਸਟ ਹੈਗੀ ਹੈ ਸਾਨੂੰ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਾ ਦਿੱਤਾ ਜਾਵੇ। ਜ਼ਰੂਰ ਕਰਨਾ ਚਾਹੁੰਦਾ, ਮੈਂ ਯੋਗੇਸ਼ ਨੂੰ ਉੱਦਾਂ ਫੋਨ ਕੀਤਾ ਹੈ ਕਿ ਤੁਸੀਂ ਆਪਣਾ ਮਕਾਨ ਖਾਲੀ ਕਰ ਦਿਓ ਜੇ ਉਹ। ਅੱਗੋਂ ਮੈਨੂੰ ਧਮਕੀਆਂ ਲਗਾਉਂਦੇ ਨੇ, ਤੂੰ ਆਪਣੇ ਨਾਲ ਰਿਲੇਸ਼ਨ ਸਾਡੇ ਨਾਲ ਖਰਾਬ ਕਰ ਲੇਗਾ, ਤੂੰ ਮੈਨੂੰ ਜਾਣਦਾ ਨਹੀਂ ਜੀ। ਕੱਲ੍ਹ ਨੂੰ ਅਗਰ ਮੈਨੂੰ ਕੋਈ ਵੀ ਅੰਬੀ ਨਬੀ ਹੁੰਦੀ ਹੈ, ਮੈਨੂੰ ਕੋਈ ਵੀ ਕੁਛ, ਉਹਦਾ ਜ਼ਿੰਮੇਦਾਰ ਯੋਗੇਸ਼ ਹੋਏਗਾ, ਕਿਉਂਕਿ ਇਹਨਾਂ ਕੋਲ ਲੇਬਰ ਦੇ ਬੰਦੇ ਨੇ ਬਾਹਰ ਦੇ, ਕਿਉਂਕਿ ਮੇਰਾ ਆਣਾ ਜਾਣਾ ਲੱਗਾ ਰਹਿੰਦਾ। ਮੇਰੇ ਫਾਦਰ ਸਾਹਿਬ ਨਹੀਂ ਹੈ ਸਿਰ ਤੇ, ਕੱਲ੍ਹ ਨੂੰ ਮੈਨੂੰ ਜੇ 19-21 ਵੀ ਕੋਈ ਗੱਲ ਹੁੰਦੀ ਹੈ, ਉਹਦਾ ਜ਼ਿੰਮੇਦਾਰ ਯੋਗੇਸ਼ ਹੋਏਗਾ। ਬਸ ਥੈਂਕਸ। ਸੋ ਪਿੱਛੇ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਲਡਿੰਗ ਹੈ ਜਿੱਥੇ ਕਿ ਸਾਹਮਣੇ ਜਿਹੜੇ ਮਕਾਨ ਮਾਲਿਕ ਨੇ ਉਹ ਵੀ ਖੜੇ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਨਿਜਾਤ ਦਵਾਈ ਜਾਏ, ਕਿਉਂਕਿ ਐਗਰੀਮੈਂਟ 2 ਕਮਰਿਆਂ ਦਾ ਹੋਇਆ, ਪਰ ਬਿਲਡਿੰਗ ਪੂਰੀ ਇਸਤੇਮਾਲ ਕੀਤੀ ਜਾ ਰਹੀ ਹੈ। ਪੁਲਿਸ ਨਾਲ ਰਾਬਤਾ ਕੀਤਾ, ਉਹਨਾਂ ਦਾ ਕਹਿਣਾ ਕਿ ਕੋਰਟ ਦਾ ਮੈਟਰ ਹੈ ਪਰ 2 ਕਮਰਿਆਂ ਦਾ, ਬਾਕੀ ਦਾ ਨਹੀਂ। ਬਾਕੀ ਇਹਨਾਂ ਨੇ ਧੱਕੇ ਨਾਲ ਜਿਹੜਾ ਉਹ ਕਬਜ਼ਾ ਕੀਤਾ। ਕਲੋਨੀ ਪਰੇਸ਼ਾਨ ਹੈ, ਜਿਹੜੇ ਆਸ ਪੜੋਸ ਦੇ ਲੋਕ ਹੈ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਦੇ ਉੱਤੇ ਕੀ ਕਾਰਵਾਈ ਕਰਦਾ, ਕਿਉਂਕਿ TNN ਨੇ ਇਸ ਖਬਰ ਦੇ ਉੱਤੇ ਲਗਾਤਾਰ ਜਿਹੜਾ ਉਹ ਬਣਿਆ ਹੋਇਆ, ਔਰ ਬਜ਼ੁਰਗਾਂ ਨੂੰ ਦਿੱਕਤ ਜਿਹੜੀ ਉਹ ਹੈ ਹੀ ਹੈ। ਤੁਸੀਂ ਦੇਖ ਸਕਦੇ ਹੋ ਟਰੈਕਟਰ ਆ ਗਿਆ, ਉਸ ਪਾਸੇ ਸਕੂਟੀ ਖੜੀ ਹੈ, ਔਰ ਇੱਧਰ ਇਹਨਾਂ ਦੀ ਗੱਡੀ ਖੜੀ ਹੈ। ਸੋ ਨਿਕਲਣਾ ਜਿਹੜਾ ਆ ਉਹ ਮੁਸ਼ਕਲ ਹੋ ਜਾਂਦਾ, ਜਿਸ ਕਰਕੇ ਰੈਜ਼ੀਡੈਂਸ਼ੀਅਲ ਕਲੋਨੀ ਹੈ, ਇਹ ਵੀ ਲੋਕਾਂ ਨੂੰ ਜਿਹੜੀ ਇੱਥੇ ਖਾਸੀ ਪਰੇਸ਼ਾਨੀ। ਕੈਮਰਾਮੈਨ ਮਨੀਸ਼ ਨਾਲ ਸੰਜੀਵ ਮੰਗੋਤਰਾ, TNN ਪਠਾਨਕੋਟ।